ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦਾਸ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰਿਓ। ਚਣਕਿਆ ਨੀਤੀ ਜੋ ਵਿਚਾਰ ਆਪ ਸੰਗਤ ਨਾਲ ਦਾਸ ਨੇ ਸਾਂਝੀ ਕੀਤੀ ਹੈ, ਦੂਸਰੇ ਪਾਰਟ ਦੇ ਵਿੱਚ ਆਪਾਂ ਅੱਜ ਵਿਚਾਰ ਕਰਨੀ ਹੈ। ਸੰਸਾਰ ਵਿੱਚ ਦੁਨੀਆ ਵਿੱਚ ਵਿਚਰਨ ਦੇ ਲਈ ਇਹਨਾਂ ਚੀਜ਼ਾਂ ਦੀ ਬਹੁਤ ਹੀ ਜ਼ਿਆਦਾ ਲੋੜ ਹੈ। ਆਓ ਆਪਾਂ 7 ਸ਼ਲੋਕਾਂ ਤੱਕ ਵਿਚਾਰ ਕਰ ਚੁੱਕੇ ਹਾਂ, ਜਿਹਦੇ ਵਿੱਚ ਪਿੱਛੇ ਵਿਚਾਰ ਕੀਤੀ ਸੀ ਵੀ 6 ਲੋਕ ਜੋ ਮਹਾਕਲੇਸ਼ ਦੀ ਜੜ ਹੈ ਉਹ ਆਪਾਂ ਪਿੱਛੇ ਵਿਚਾਰ ਕੀਤੀ ਹੈ। ਖੋਟਾ ਪੁੱਤਰ, ਖੋਟੀ ਇਸਤਰੀ, ਖੋਟਾ ਰਾਜਾ, ਖੋਟਾ ਮਿੱਤਰ, ਖੋਟਾ ਮੰਤਰੀ ਆਦਿਕ ਖੋਟਾ ਮਿੱਤਰ। ਹੁਣ ਅੱਗੇ ਆਪਾਂ ਜਿਹੜੀ ਵਿਚਾਰ ਕਰਨੀ ਆ 8ਵੇਂ ਸ਼ਲੋਕ ਦੇ ਵਿੱਚ ਚਣਕਿਆ ਦੇ ਕਰਤਾ ਪੰਡਤ ਜੀ ਕੀ ਕਹਿ ਰਹੇ ਆ ਉਹ ਆਪਾਂ ਵਿਚਾਰ ਕਰਦੇ ਆ। ਇਹ ਕਹਿੰਦੇ ਦੁਸ਼ਟ ਨਾਰ 60 ਮਿੱਤਰ ਔਰ ਸੇਵਕ ਉੱਤਰ ਦੇ, ਸਰਪ ਬਸੈ ਜਿਹੇ ਘਰ ਵਿਖੇ ਇੱਕ ਦਿਨ ਮ੍ਰਿਤ ਕਰੇ। ਕਿਆ ਬਾਤ ਆ। 4 ਬੰਦੇ ਆ, ਚਾਰਾਂ ਦੇ ਵਿੱਚੋਂ ਦੁਸ਼ਟ ਨਾਰ। ਦੁਸ਼ਟ ਨਾਰ ਦਾ ਅਰਥ ਆਪਾਂ ਨੂੰ ਪਤਾ ਹੀ ਹੈ, ਭੈੜੀ ਇਸਤਰੀ। 60 ਮਿੱਤਰ, 60 ਦਾ ਅਰਥ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਮੂਰਖ, ਮੂਰਖ ਮਿੱਤਰ। ਔਰ ਸੇਵਕ ਉੱਤਰ ਦੇ, ਸੇਵਕ ਦਾ ਅਰਥ ਜਿਹੜਾ ਸਾਡਾ ਚੇਲਾ, ਨੌਕਰ। ਕਿਉਂਕਿ ਜੇ ਨੌਕਰ ਹੋ ਗਿਆ, ਜੇ ਚੇਲਾ ਹੋ ਗਿਆ, ਜੇ ਉਹ ਅੱਗੋਂ ਉੱਤਰ ਦੇ ਰਿਹਾ ਨਾ ਤੇ ਸਮਝੋ ਉਹ ਤੁਹਾਡੇ ਕੰਮ ਦਾ ਨਹੀਂ ਗਾ। ਸਰਪ ਬਸੈ ਜੇ ਘਰ ਵਿਖੇ, ਤੇ ਚੌਥਾ ਜਿਸ ਘਰ ਦੇ ਵਿੱਚ ਸੱਪ ਵਸਦਾ, ਭਾਵ ਸੱਪ ਰਹਿੰਦਾ, ਇੱਕ ਦਿਨ ਮ੍ਰਿਤ ਕਰੇ। ਜਿਹੜੇ ਘਰ ਦੇ ਵਿੱਚ ਸੱਪ ਹੈ, ਕਿਉਂਕਿ ਜਿੱਥੇ ਸੱਪ ਹੋਵੇਗਾ ਆਪਾਂ ਨੂੰ ਪਤਾ ਕਿ ਡੰਗ ਮਾਰੇਗਾ। ਕਹਿੰਦੇ ਆ ਨਾ, ਸੱਪ ਕਿਸੇ ਦਾ ਮਿੱਤ ਨਹੀਂ ਗਾ। ਇਸੇ ਤਰ੍ਹਾਂ ਸੱਪ ਕਿਸੇ ਵੀ ਬੰਦੇ ਦਾ, ਕਿਸੇ ਬੱਚੇ ਦਾ, ਕਿਸੇ ਇਨਸਾਨ ਦਾ, ਕਿਸੇ ਜਾਨਵਰ ਦਾ ਮਿੱਤਰ ਨਹੀਂ, ਕਿਉਂਕਿ ਉਹਦਾ ਕੰਮ ਡੰਗ ਮਾਰਨਾ, ਕਦੇ ਵੀ ਡੰਗ ਮਾਰ ਸਕਦਾ। ਦੁਸ਼ਟ ਨਾਰ, ਕਵੀ ਜੀ ਕਹਿੰਦੇ ਦੁਸ਼ਟ ਨਾਰ ਵਿਭਚਾਰਨ ਔਰਤ ਕਹਿ ਲਵੋ, ਵੇਸ਼ਵਾ ਔਰਤ ਕਹਿ ਲਵੋ। ਦੇਖੋ ਇੱਥੇ ਸਾਨੂੰ ਕਿੰਨੀ ਸੋਹਣੀ ਸਿੱਖਿਆ ਮਿਲ ਰਹੀ ਆ। ਹੁਣ ਇਹ ਜੇ ਤੁਸੀਂ ਚਣਕਿਆ ਨੀਤੀ ਦੇ ਕਰਤਾ ਪੰਡਤ ਜੀ, ਕਵੀ ਜੀ, ਉਹਨਾਂ ਦੇ ਇਹ ਬਚਨ ਤੁਸੀਂ ਸੁਣ ਲਏ, ਤੁਹਾਨੂੰ ਪਤਾ ਲੱਗ ਜਾਣਾ ਵੀ ਜਿਹੜੀ ਵਿਭਚਾਰਨ ਗਲਤ ਔਰਤ ਹੈ, ਕਿਉਂਕਿ ਉਹ ਕਦੇ ਵੀ ਤੁਹਾਨੂੰ ਧੋਖਾ ਦੇ ਸਕਦੀ ਆ। ਆਪਾਂ ਆਮ ਤੌਰ ਤੇ, ਮੈਂ ਅੱਗੇ ਵੀ ਬੇਨਤੀ ਕੀਤੀ ਆ, ਮੀਡੀਆ ਦੇ ਉੱਪਰ ਦੇਖਦੇ ਆ ਵੀ ਕਈ ਥਾਵਾਂ ਦੇ ਉੱਪਰ ਇਸ ਤਰ੍ਹਾਂ ਦੇ ਕੇਸ ਆਉਂਦੇ ਆ, ਪ੍ਰਤੱਖ ਸਾਹਮਣੇ ਕੇਸ ਆਉਂਦੇ ਆ। ਔਰ 60 ਮਿੱਤਰ, 60 ਕਹਿੰਦੇ ਮੂਰਖ ਨੂੰ। ਜੇ ਤੁਸੀਂ ਮੂਰਖ ਨੂੰ ਆਪਣਾ ਮਿੱਤਰ ਬਣਾ ਲਿਆ, ਦੁਸ਼ਮਣੀ ਨਹੀਂ ਕਰਨੀ, ਪਰ ਮੂਰਖ ਨੂੰ ਮਿੱਤਰ ਬਣਾਵੋਗੇ ਤੇ ਉਹਦੇ ਕੋਲੋਂ ਭਲਾ ਨਾ ਮੰਗਿਓ, ਵੀ ਇਹ ਸੋਚੋ ਵੀ ਤੁਹਾਡਾ ਉਹ ਭਲਾ ਕਰ ਦੇਵੇਗਾ, ਕਿਉਂਕਿ ਮੂਰਖ ਨੂੰ ਪਤਾ ਹੀ ਨਹੀਂਗਾ ਵੀ ਕਿਸ ਵੇਲੇ ਤੁਹਾਡਾ ਨੁਕਸਾਨ, ਕਿਉਂਕਿ ਮੂਰਖ ਕਦੇ ਵੀ ਮਿੱਤਰਤਾ ਹੀ ਨਹੀਂ ਕਰ ਸਕਦਾ। ਜਿਹੜੇ ਮੂਰਖ ਲੋਕ ਆ ਨਾ, ਉਹਨਾਂ ਦੀ ਮਿੱਤਰਤਾ ਹੀ ਜਿਹੜੀ ਆ ਉਹ ਝੂਠੀ ਹੈ। ਝੂਠੀ ਕਿੱਦਾਂ? ਵੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਕਿਹੜੀ ਗੱਲ ਕਹਿਣੀ ਹੈ, ਕਿਵੇਂ ਬੋਲਣਾ। ਮੰਨ ਲਓ ਸਭਾ ਦੇ ਵਿੱਚ ਤੁਹਾਡੀ ਉਪਮਾ ਹੋ ਰਹੀ ਹੈ, ਤੁਹਾਡੀ ਵਡਿਆਈ ਹੋ ਰਹੀ ਹੈ, ਪਰ ਉਹਨੇ ਆ ਕੇ ਇਹੋ ਜਿਹੀ ਗੱਲ ਬੋਲਣੀ ਆ ਵੀ ਉਹ ਗੱਲ ਦਾ ਸਵਾਦ ਹੀ ਸਾਰਾ ਖਰਾਬ ਕਰ ਦੇਣਾ, ਕਿਉਂਕਿ ਜ਼ੁਬਾਨ ਦਾ ਰਸ ਨਹੀਂ ਨਾ। ਉਹ ਇੱਕ ਵਾਰੀ ਕਹਿੰਦੇ ਵੀ ਇਸੇ ਤਰ੍ਹਾਂ ਇੱਕ ਕੋਈ ਮੂਰਖ ਸੀਗਾ ਤੇ ਉਹਨੂੰ ਭੁੱਖ ਲੱਗੀ ਤੇ ਉਹ ਪਿੰਡ ਵਿੱਚ ਚਲਾ ਗਿਆ ਤੇ ਇੱਕ ਘਰ ਪਹੁੰਚ ਗਿਆ। ਉੱਥੇ ਉਹ ਮਾਈ ਨੂੰ ਕਹਿਣ ਲੱਗਾ, ਮਾਈ, ਕਹਿੰਦਾ ਵੀ ਮੈਨੂੰ ਭੁੱਖ ਲੱਗੀ ਹੈ, ਤੇ ਮਾਈ ਦੀ ਮੱਝ ਸੂਈ ਸੀਗੀ ਤੇ ਦੁੱਧ ਤਾਜ਼ਾ ਤਾਜ਼ਾ ਸੀ। ਮਾਈ ਕਹਿੰਦੀ, ਪੁੱਤ ਆ ਬੈਠ, ਮੈਂ ਤੈਨੂੰ ਖੀਰ ਖਵਾਉਣੀ ਆ। ਉਹ ਕਹਿਣ ਲੱਗਾ ਠੀਕ ਹੈ। ਮਾਈ ਨੇ ਖੀਰ ਰਿੱਝਣੀ ਰੱਖ ਦਿੱਤੀ, ਗੱਲਾਂ ਕਰੀ ਕੁਰੀ ਗਿਆ, ਇੱਧਰ ਲੀਆਂ ਉੱਧਰ ਲੀਆਂ, ਤੇ ਕਹਿਣ ਲੱਗੇ, ਮਾਤਾ ਜੇ ਤੁਹਾਡੀ
ਮੱਝ ਮਰ ਜੇ, ਹੁਣ ਉਹ ਤੇ ਖੀਰ ਖਵਾਈ ਜਾਂਦੀ ਆ। ਕਹਿਣ ਤੋਂ ਭਾਵ ਮੂਰਖ ਬੰਦੇ ਨੂੰ ਪਤਾ ਨਹੀਂ ਵੀ ਕਿਹੜੀ ਗੱਲ ਕਿੱਥੇ ਕਿਵੇਂ ਕਰਨੀ ਆ। ਹੁਣ ਮਾਈਆਂ ਨੂੰ ਦੁੱਧ ਨਾਲ ਪਿਆਰ ਹੈ, ਤੇ ਮੱਝ ਵੀ ਹੁਣ ਅਕਸਰ ਕੋਈ ਮਾੜੀ ਮੋਟੀ ਚੀਜ਼ ਤਾਂ ਹੈ ਨਹੀਂ, ਦੁੱਧ ਨੂੰ ਅੰਮ੍ਰਿਤ ਵੀ ਕਿਹਾ ਗੁਰਬਾਣੀ ਦੇ ਵਿੱਚ, ਖਰ ਖਾਏ ਅੰਮ੍ਰਿਤ ਦੇ। ਹੁਣ ਮਾਈਆਂ ਨੂੰ ਦੁੱਧ ਨਾਲ ਪਿਆਰ ਆ, ਤੇ ਉਸੇ ਵੇਲੇ ਮਾਈ ਨੂੰ ਗੁੱਸਾ ਚੜ ਗਿਆ। ਉਹ ਜਿਹੜੀ ਰਿੰਨੀ ਸੀ ਨਾ ਖੀਰ, ਅੱਧੀ ਕੱਚੀ ਅੱਧੀ ਪੱਕੀ, ਉਹ ਚੁੱਕ ਕੇ ਲੈ ਆਈ, ਕਹਿੰਦੀ ਕਰ ਝੋਲੀ। ਉਹਨੇ ਝੋਲੀ ਕੀਤੀ, ਝੋਲੀ ਸਾਰੀ ਉਹ ਸੁੱਟ ਦਿੱਤੀ। ਦੁੱਧ ਵੀ ਨੁਚੜਦਾ ਸੀ, ਪਾਣੀ ਵੀ ਨੁਚੜਦਾ। ਕਹਿੰਦੀ ਦਫਾ ਆ ਜਾ ਮੇਰੇ ਘਰ ਚੋਂ। ਉਹ ਲੈ ਕੇ ਚੌਲ, ਜੇ ਭੁੱਖ ਲੱਗੀ ਸੀਗੀ, ਅੱਧੇ ਖਾਂਦਾ ਤੁਰਿਆ ਜਾਵੇ, ਤੇ ਉਹ ਕਿਸੇ ਨੇ ਤੁਹਾਡੇ ਵਰਗੇ ਸਿਆਣੇ ਨੇ ਪੁੱਛ ਲਿਆ। ਉਹ ਕਹਿੰਦਾ ਵੀ ਆ ਕੀ ਨੁਚੜੀ ਜਾਂਦਾ। ਉਹ ਮੂਰਖ ਕਹਿਣ ਲੱਗਾ ਜ਼ਬਾਨ ਦਾ ਰਸ, ਵੀ ਮੈਂ ਇਦਾਂ ਬੋਲ ਬੈਠਾ। ਕਹਿਣ ਤੋਂ ਭਾਵ ਇਹ ਆ ਵੀ 60 ਮਿੱਤਰ, ਜਿਹੜਾ ਮੂਰਖ ਆ ਤੁਸੀਂ ਉਹਨੂੰ ਮਿੱਤਰ ਬਣਾ ਲਿਆ, ਉਹਨੇ ਪਤਾ ਨਹੀਂ ਕਿੱਥੇ ਕਿਹੜੀ ਗੱਲ ਕਰ ਦੇਣੀ ਆ। ਉਹ ਤੁਹਾਡੇ ਡੰਗ ਵਾਂਗੂ, ਜਿਵੇਂ ਸੱਪ ਡੰਗ ਮਾਰਦਾ ਨਾ, ਇਦਾਂ ਲੱਗਣੀ ਆ। ਦੁਸ਼ਟ ਔਰਤ, ਮੂਰਖ ਮਿੱਤਰ, ਔਰ ਸੇਵਕ ਪੁੱਤਰ ਦੇ। ਹੁਣ ਸੇਵਕ ਆ ਜਿਹੜਾ ਤੁਹਾਡਾ ਚੇਲਾ ਹੈ, ਹੁਣ ਲੋਕਾਂ ਦੇ ਵਿੱਚ ਪਤਾ ਹੈ ਵੀ ਫਲਾਣਾ ਬੰਦੇ ਦਾ ਫਲਾਣਾ ਚੇਲਾ ਹੈ, ਪਰ ਜੇ ਉਹ ਚੇਲਾ ਅੱਗੋਂ ਤੁਹਾਨੂੰ ਕਿਤੇ ਸਭਾ ਦੇ ਵਿੱਚ ਬੈਠੇ ਆ, ਪਰ ਜੇ ਤੁਸੀਂ ਕਹੋ ਵੀ ਫਲਾਣੀ ਚੀਜ਼ ਲੈ ਕੇ ਆਓ, ਕਵੇ ਮੈਂ ਨਹੀਂ ਲੈ ਕੇ ਆਉਂਦਾ, ਉਹ ਅੱਗੋਂ ਉੱਤਰ ਦੇ ਰਿਹਾ। ਇਹ ਤਿੰਨੇ, ਜਦੋਂ ਇਹ ਤਿੰਨੇ ਦੁਸ਼ਟ ਔਰਤ, ਵਿਭਚਾਰੀ ਕਹਿ ਲਵੋ, ਵੇਸ਼ਵਾ ਕਹਿ ਲਵੋ, ਜਿਹਨੂੰ ਕੇਵਲ ਮਾਇਆ ਨਾਲ ਪਿਆਰ ਹੈ, ਨੰਬਰ 2 ਤੇ ਮੂਰਖ ਮਿੱਤਰ, ਨੰਬਰ 3 ਤੇ ਸੇਵਕ ਉੱਤਰ ਦੇ। ਅੱਗੇ ਜਿਹੜਾ ਸੇਵਕ ਉੱਤਰ ਦੇ ਰਿਹਾ, ਤੁਸੀਂ ਇਹਨਾਂ ਤੋਂ ਕਦੇ ਵੀ ਸੁੱਖ ਨਾ ਲੱਭਿਓ। ਅਗਲੀ ਗੱਲ, ਜਿੱਥੇ ਸੱਪ ਵੱਸਦਾ, ਜਿਸ ਘਰ ਦੇ ਵਿੱਚ ਸੱਪ ਹੈ, ਇਹ ਗੱਲ ਆਪਾਂ ਨੂੰ ਪਤੀ ਹੈ ਵੀ ਉਹ ਡੰਗ ਮਾਰੇਗਾ। ਜਾਂ ਕਵੀ ਜੀ ਕਹਿੰਦੇ ਵੀ ਇਹ ਤਿੰਨੇ ਸੱਪ ਦੇ ਨਿਆਈ ਆ। ਜਿਵੇਂ ਸੱਪ ਡੰਗ ਮਾਰਦਾ ਨਾ, ਇਸੇ ਤਰ੍ਹਾਂ ਇਹ ਤਿੰਨੇ ਡੰਗ ਮਾਰਦੇ ਆ। ਹਾਂਜੀ, ਅੱਗੇ ਕਹਿੰਦੇ ਆ, ਨਾਰ ਹੋਏ ਪਰ ਪੁਰਖ ਰਤ, ਦੁਸ਼ਟ ਬਸੈ ਘਰ ਮਾਹੇ, ਨਦੀ ਤੀਰ ਕੇ ਖੇਤ ਕੋ ਕਛੂ ਭਰੋਸੋ ਨਾਹੇ। ਨਾਰ ਹੋਏ ਪਰ ਪੁਰਖ ਰਤ, ਬਿਲਕੁਲ ਵੇਖੋ ਕਿੰਨੀ ਵਧੀਆ ਗੱਲ ਕਹਿ ਰਹੇ ਆ। ਕਹਿੰਦੇ ਭਾਈ ਇੱਕ ਗੱਲ ਸੋਚੋ ਤੁਸੀਂ, ਵੀ ਇਸਤਰੀ ਹੋਵੇ ਪਰ ਉਹ ਪਰਪੁਰਖ, ਪਰਾਏ ਪੁਰਖ ਨੂੰ ਭੋਗ ਰਹੀ ਹੋਵੇ, ਪਰਾਏ ਪੁਰਖ ਦਾ ਉਹਦਾ ਸੰਬੰਧ ਹੋਵੇ। ਧਨ ਕਰੈ ਦੁਸ਼ਟ ਬਸੈ ਘਰ ਮਾਹੇ। ਫਿਰ ਕੀ ਆ, ਕਹਿੰਦੇ ਵੀ ਜਿਹੜੀ ਇਸ ਤਰ੍ਹਾਂ ਦੀ ਇਸਤਰੀ ਹੈ, ਤੇ ਉਹਦੇ ਕੋਲੇ ਉਹਦਾ ਕੋਈ ਆਪਾਂ ਕਹਿ ਸਕਦੇ ਹਾਂ ਮਿੱਤਰ ਆਦਿਕ, ਪ੍ਰੇਮੀ ਆਦਿਕ ਉਹ ਆਉਂਦਾ। ਕਿਉਂਕਿ ਇਹ ਗੱਲਾਂ ਨੂੰ ਤੁਸੀਂ ਐ ਨਾ ਸਮਝੋ ਵੀ ਗਿਆਨੀ ਜੀ ਕੀ ਕਹਿ ਰਹੇ ਆ, ਕਿਉਂਕਿ ਚਨਾਕਿਆ ਜੋ ਇਹ ਕਹਿ ਰਹੀ ਹੈ, 10ਵੇਂ ਪਾਤਸ਼ਾਹ ਨੇ ਵੀ ਇਹੀ ਕੁਝ ਸਾਨੂੰ ਬਹੁਤ ਜ਼ਿਆਦਾ ਸਿੱਖਿਆ ਦਿੱਤੀ ਹੈ ਇਸ ਦੇ ਪ੍ਰਤੀ। ਤ੍ਰਿਆ ਚਰਿੱਤਰ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਵਿਚਾਰ ਕਰਾਂਗੇ ਹੌਲੀ ਹੌਲੀ ਆਉਣ ਵਾਲੇ ਸਮੇਂ ਵਿੱਚ। ਹੁਣ ਕਹਿੰਦੇ ਨਾਰ ਹੋਏ ਪਰ ਪੁਰਖ ਰਤ, ਦੁਸ਼ਟ ਬਸੈ ਘਰ ਮਾਹੇ। ਨਾਰ ਇਸਤਰੀ ਤੇ ਪਰਾਏ ਪੁਰਖ ਦੇ ਨਾਲ ਉਹਦੀ ਮਿੱਤਰਤਾ। ਕਹਿੰਦੇ ਮੰਨੋ ਕਿ ਤੁਹਾਡੇ ਘਰ ਦੇ ਵਿੱਚ ਦੁਸ਼ਟ ਵਸ ਰਹੀ ਆ, ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਦੁਸ਼ਟ, ਕਿਉਂਕਿ ਉਹ ਕਈ ਥਾਵਾਂ ਤੇ ਤੁਸੀਂ ਵੇਖਿਆ ਨਾ ਵੀ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਪਤੀਆਂ ਦਾ ਕਤਲ ਕੀਤਾ, ਇਸਤਰੀਆਂ ਨੇ, ਬੰਦਿਆਂ ਨੇ ਵੀ ਕਤਲ ਕੀਤਾ ਇਸਤਰੀਆਂ ਦਾ। ਇੱਥੇ ਨਾਰ ਕਹਿ ਲਵੋ ਜਾਂ ਨਰ ਕਹਿ ਲਵੋ, ਗੱਲ ਇੱਕੋ ਹੀ ਆ। ਜਿਹੜੇ ਬੰਦੇ ਇਸ ਤਰ੍ਹਾਂ ਦੇ ਆ ਉਹ ਵੀ ਗਲਤ ਹੈ, ਜਿਹੜੀ ਇਸਤਰੀ ਇਸ ਤਰ੍ਹਾਂ ਦੀ ਆ, ਇਹ ਕਵੀ ਜੀ ਕਹਿੰਦੇ ਉਹ ਵੀ ਗਲਤ ਹੈ। ਕਿਵੇਂ ਗਲਤ ਹੈ ਜੀ? ਕਹਿੰਦੇ ਨਦੀ ਤੀਰ ਕੇ ਖੇਤ ਕੋ ਕਛੂ ਭਰੋਸੋ ਨਾ ਹੈ। ਜਿਵੇਂ ਕਹਿੰਦੇ ਨਦੀ ਦੇ ਕੰਢੇ ਦੇ ਉੱਪਰ ਖੇਤ ਹੋਵੇ ਨਾ, ਆਪਾਂ ਨੂੰ ਪਤਾ ਜਿਹੜੇ ਦਰਿਆ, ਆਪਣੇ ਦਰਿਆਵਾਂ ਦੇ ਕੰਢੇ ਆ ਖੇਤ ਆ, ਕਦੋਂ ਪਾਣੀ ਚੜ ਕੇ ਆ ਜਾਂਦਾ, ਉਹ ਸਭ ਕੁਝ ਰੁੜ ਕੇ ਲੈ ਜਾਂਦਾ। ਬਿਲਕੁਲ ਇਨ ਬਿਨ ਇਸੇ ਤਰ੍ਹਾਂ ਜਿਹੜੀ ਨਾਰ ਔਰ ਜਾਂ ਜਿਹੜਾ ਮਨੁੱਖ ਗਲਤ ਕੰਮ ਕਰਦਾ, ਕਿਸੇ ਆਪਣੀ ਇਸਤਰੀ ਨੂੰ ਛੱਡ ਕੇ ਪਰਪੁਰਖਾਂ ਨਾਲ ਪਿਆਰ, ਗੁਰਬਾਣੀ ਦੇ ਵਿੱਚ ਵੀ ਬਚਨ ਆਉਂਦੇ ਆ, ਠੀਕ ਆ ਜੀ। ਹੁਣ ਜਿਹੜੀ ਇਸਤਰੀ ਗਲਤ ਕੰਮ ਕਰਦੀ, ਇਹਨਾਂ ਦਾ ਭਰੋਸਾ ਨਹੀਂ ਕੋਈ। ਕਿਵੇਂ ਭਰੋਸਾ ਨਹੀਂ? ਜਿਵੇਂ ਨਦੀ ਕਹਿੰਦੇ ਖੇਤ, ਨਦੀ ਦੇ ਕੰਢੇ ਖੇਤ ਆ ਨਾ, ਜਦੋਂ ਪਾਣੀ ਆਇਆ ਰੁੜ ਕੇ ਲੈ ਜਾਊਗਾ। ਇਸੇ ਤਰ੍ਹਾਂ ਇਹਨਾਂ ਲੋਕਾਂ ਦਾ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ ਜਿਹੜੇ ਇਸ ਤਰ੍ਹਾਂ ਦੇ ਆ। ਧਨ ਰਾਖੈ ਆਪਦਾ ਅਰਥ, ਧਨ ਕਰ ਰਾਖੈ ਨਾਰ, ਸਦਾ ਆਪਣੀ ਰੱਛਾ ਕਰੇ ਧਨ ਨਾਰੀ ਹਿਤਕਾਰ। ਬਹੁਤ ਸੋਹਣੇ ਬਚਨ ਹੈ। ਧਨ ਰਾਖੈ ਆਪਦਾ ਅਰਥ, ਆਪਦਾ ਕਹਿੰਦੇ ਗਰੀਬੀ, ਗਰੀਬੀ ਦੇ ਵਿੱਚ ਧਨ ਤੁਹਾਡੀ ਹਮੇਸ਼ਾ ਮਦਦ ਕਰੇਗਾ। ਸੰਤ ਕਰਤਾਰ ਸਿੰਘ ਇੱਕ ਬਚਨ ਕਰਿਆ ਕਰਦੇ ਸੀ, ਬਾਣੀ ਕੰਠ ਮਾਇਆ ਗੰਠ। ਦੇਖੋ ਇੱਥੇ ਕਹਿ ਰਹੇ ਆ ਧਨ ਰਾਖੈ ਆਪਦਾ ਅਰਥ। ਕਈ ਲੋਕ ਕੀ ਕਰਦੇ ਆ ਵੀ ਮਾਇਆ ਤੇ ਆਉਂਦੀ ਹੈ,
ਪਰ ਮਾਇਆ ਜਦੋਂ ਬਹੁਤ ਜ਼ਿਆਦਾ ਆ ਜਾਂਦੀ ਆ ਤੇ ਫਿਰ ਸ਼ਰਲੇ ਉਡਾਉਣ ਲੱਗ ਪੈਂਦੇ ਆ, ਬਹੁਤ ਜ਼ਿਆਦਾ ਗਲਤ ਕੰਮਾਂ ਤੇ ਐਸ਼ ਪ੍ਰਸਤੀ ਕਰਦੇ ਆ। ਉਹ ਫਿਰ ਕੀ ਹੁੰਦਾ ਵੀ ਆਉਣ ਵਾਲੇ ਸਮੇਂ ਵਿੱਚ ਉਦੋਂ ਮਾਇਆ ਹੁੰਦੀ ਨਹੀਂ ਕੋਲੇ, ਫਿਰ ਕੀ ਕਰਦੇ ਆ, ਫਿਰ ਆਉਣ ਵਾਲੇ ਸਮੇਂ ਵਿੱਚ ਦੁਖੀ ਹੁੰਦੇ ਨੇ। ਉਹ ਕਹਿੰਦੇ ਇੱਥੇ ਕਹਿ ਰਹੇ ਆ ਵੀ ਜੇ ਬੰਦਾ ਕੋਈ 500-700 ਰੁਪਇਆ ਕਮਾਉਂਦਾ ਨਾ, ਉਹਦੇ ਵਿੱਚੋਂ 200 ਰੁਪਇਆ ਜਾਂ 300 ਰੁਪਇਆ ਬੈਂਕ ਬੈਲੈਂਸ ਰੱਖੇ। ਬਹੁਤ ਵੱਡੀ ਵਧੀਆ ਗੱਲ ਹੈ। ਮੈਨੂੰ ਬਾਬਾ ਗੁਰਮੀਤ ਸਿੰਘ ਸਤਿਕਾਰਯੋਗ ਉਹ ਕਹਿੰਦੇ ਹੁੰਦੇ ਸੀਗੇ, ਮੇਰੇ ਯਾਦ ਆ ਵੀ ਉਹਨਾਂ ਨੇ ਕਹਿਣਾ ਵੀ ਬੱਚੇ ਕਿੰਨੀ ਮਾਇਆ ਕਮਾਉਣਾ। ਮੈਂ ਕਿਹਾ ਜੀ ਉਹਨਾਂ ਸਮੇਂ ਦੇ ਵਿੱਚ 10-12 ਹਜ਼ਾਰ ਰੁਪਈਆ। ਕਹਿੰਦੇ ਵੀ ਇਹਦੇ ਵਿੱਚੋਂ ਬੈਂਕ ਦਾ ਬੈਲੈਂਸ ਕਰੋ। ਹੋਰ ਇਹ ਨਹੀਂ ਗੀ ਕਿ ਮਾਇਆ ਇਹਦੇ ਵਿੱਚ ਕੋਈ ਕੰਜੂਸਪੁਣਾ ਤਾਂ ਕਹੀਏ ਨਾ ਵੀ ਆਪਾਂ ਆਪਣਾ ਖਾਣਾ ਨਹੀਂ ਚੱਜਦਾ ਜਾਂ ਕੱਪੜੇ ਨਹੀਂ ਪਾਉਣੇ ਚੱਜਦੇ, ਉਹ ਕੰਜੂਸਪੁਣਾ। ਪਰ ਜਿਹੜੀ ਮਾਇਆ ਆਈ ਤੇ ਸ਼ਰਲੇ ਉਡਾਉਣੇ, ਸ਼ਰਲੇ ਤੋਂ ਅਰਥ ਬਹੁਤ ਜ਼ਿਆਦਾ ਮਾਇਆ ਖਰਚ ਕਰਦੇ ਨਹੀਂ। ਜੇ ਅਸੀਂ 12,000 ਰੁਪਇਆ ਕਮਾਉਣੇ ਆ, ਮੈਂ ਦਲੀਲ ਵਜੋਂ ਕਹਿ ਰਿਹਾ, ਉਹਦੇ ਵਿੱਚੋਂ ਜੇ 4,000 5,000 ਨਾਲ ਸਰਦਾ ਤੇ 5,000 ਬੈਲੈਂਸ ਬਣਾਓ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਆਪਾਂ ਨੂੰ ਪਤਾ ਹੈ, ਕਿਉਂਕਿ ਧਨ ਜਿਹੜਾ ਹੈਗਾ ਨਾ, ਗੁਰਬਾਣੀ ਦੇ ਬਚਨ ਤੁਹਾਡੇ ਨਾਲ ਸਾਂਝੇ ਕਰਦਾ, ਨਰਤਨ ਆਦਰ ਕੋ ਨਾ ਦੇ ਲੱਖ ਯਤਨ ਕਰਿਓ ਚਿਤ ਨਾ ਤਰੇ। ਨਰਤਨ ਬੰਦੇ ਨੂੰ ਦੁਨਿਆਵੀ ਤੌਰ ਤੇ ਗੱਲ ਕਰਨੀ ਹੈ, ਇੱਥੇ ਬ੍ਰਹਮ ਗਿਆਨੀਆਂ ਦੀ ਤੇ ਭਗਤਾਂ ਦੀ ਗੱਲ ਨਾ ਕਰਿਓ। ਉਹ ਤਾਂ ਰੱਬ ਦੇ ਪਿਆਰੇ, ਉਹ ਤੇ ਕਹਿੰਦੇ ਨਾਕੋ ਕਾਟੀ ਕੰਨੋ ਕਾਟੀ ਕਾਟ ਕੂਟ ਕੇ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਉਹ ਤੇ ਮਾਇਆ ਤੋਂ ਉੱਪਰ ਹੈ, ਪਰ ਉਹ ਵਿਰਲੇ ਆ। ਮੇਰਾ ਕਹਿਣ ਤੋਂ ਭਾਵ ਇਹ ਆ ਵੀ ਜਦੋਂ ਤੁਹਾਡੇ ਕੋਲ ਮਾਇਆ ਹੋਊਗੀ, ਬੈਲੈਂਸ ਹੋਊਗਾ ਤੁਹਾਡੇ ਕੋਲੇ, ਫਿਰ ਤੁਹਾਨੂੰ ਕੀ ਆ। ਹੁਣ ਆਮ ਤੌਰ ਤੇ ਮੈਂ ਦੇਖਦਾ ਵੀ ਵਿਆਹਾਂ ਵੇਲੇ ਪਹਿਲਾਂ ਕਰਜ਼ਾ ਚੁੱਕ ਚੁੱਕ ਕੇ ਵਿਆਹ ਕਰ ਲੈਂਦੇ ਆ, ਤੇ ਮਗਰੋਂ ਫਿਰ ਉਹ ਜਿਹੜੇ ਖਾਣ ਪੀਣ ਵਾਲੇ ਚੱਲ ਜਾਂਦੇ ਆ, ਤੇ ਮਗਰੋਂ ਫਿਰ ਉਹ ਘਰ 'ਚ ਪੂਰਾ ਨਹੀਂ ਆਇਆ ਜਾਂਦਾ। ਪਹਿਲਾਂ ਹੀ ਉਹ ਕਹਿ ਰਹੇ ਆ, ਕਹਿੰਦੇ ਧਨ ਰੱਖ ਹੈ ਅਪਦਾਰਥ। ਆਪਦਾ ਕਹਿੰਦੇ ਗਰੀਬੀ। ਧਨ ਜੇ ਤੁਸੀਂ ਜਮ੍ਹਾਂ ਕਰੀ ਜਾਓਗੇ, ਹੁਣ ਜੇ ਚੰਗੇ 4 ਦਿਨ ਆਏ ਨਾ ਕਿਸੇ ਕੋਲੇ ਵੀ, ਉਹ ਮਾਇਆ ਦਾ ਬੈਂਕ ਬੈਲੈਂਸ ਬਣਾਓ ਜ਼ਰੂਰੀ। ਹਾਂ 2 ਨੰਬਰ ਦੀ ਨਹੀਂ, ਹੱਕ ਦੀ ਕਮਾਈ ਦੇ ਵਿੱਚੋਂ। ਫਿਰ ਕਹਿੰਦੇ ਧਨ ਕਰ ਰੱਖੈ ਨਾਰ। ਹੁਣ ਨਾਰ ਤੋਂ ਅਰਥ ਇਸਤਰੀ। ਕਈ ਥਾਵਾਂ ਤੇ ਆਪਾਂ ਦੇਖਿਆ ਵੀ ਨਾਰ ਜਿਹੜੀ ਇਸਤਰੀ ਆ, ਜਾਂ ਬੱਚੇ ਵੀ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਉਂਦੇ ਆ, ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਸ ਕੇ ਰਹਿ, ਵਿਪਤ ਪਰੈ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਉਹਦਾ ਅਰਥ ਇਹੀ ਕਹਿ ਰਿਹਾ ਕਵੀ ਜੀ। ਕਹਿੰਦੇ ਫਿਰ ਜੇ ਧਨ ਹੋਵੇਗਾ, ਬੱਚੇ ਵੀ ਰਹਿਣਗੇ, ਨਾਰ ਇਸਤਰੀ ਵੀ ਰਹੇਗੀ। ਕਹਿੰਦੇ ਸਦ ਆਪਣੀ ਰੱਛਾ ਕਰਿਆ ਧਨ ਨਾਰੀ ਹਿਤਕਾਰ। ਧਨ ਤੇ ਨਾਰੀ ਹਿਤਕਾਰ ਚੰਗੀ, ਜਿਨ੍ਹਾਂ ਦੇ ਜੀਵਨ ਸਾਥੀ ਚੰਗੇ ਆ, ਜਿਨ੍ਹਾਂ ਦੀਆਂ ਵਾਈਫ ਚੰਗੀਆਂ, ਭਾਵ ਘਰ ਵਾਲੀਆਂ ਚੰਗੀਆਂ, ਤੇ ਔਰ ਜਿਨ੍ਹਾਂ ਕੋਲ ਧਨ ਹੈ, ਬੈਲੈਂਸ ਬਣਾ ਕੇ ਰੱਖਿਆ, ਸਦਾ ਹੀ ਉਹ ਕਹਿੰਦੇ ਵੀ ਦੁਨੀਆ ਦੇ ਵਿੱਚ ਸੁੱਖ ਮਾਣਦੇ ਆ। ਹੁਣ ਇੱਥੇ ਨਾ ਲੈ ਲਿਓ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾਨਕ ਦੁਖੀਆ ਸਭ ਸੰਸਾਰ, ਹੈ ਤੇ ਸਭ ਦੁਖੀ ਮਨ ਕਰਕੇ। ਪਰ ਚਨਾਕਿਆ, ਉਹ ਚਨਾਕਿਆ ਨਾ ਨੀਤੀ ਦੱਸ ਰਿਹਾ, ਹਰੇਕ ਬੰਦੇ ਦੇ ਲਈ ਹੈ। ਸਾਨੂੰ ਵੀ ਚਾਹੀਦਾ ਬੈਂਕ ਬੈਲੈਂਸ ਬਣਾ ਕੇ ਰੱਖੀਏ। ਫਿਰ ਜੇ ਅਸੀਂ ਜਦੋਂ ਸਾਡੀ ਜਿਹੜੀ ਸ਼ਾਦੀ ਆ, ਉਹ ਦੇਖ ਕੇ ਸਾਰਾ ਕੁਝ ਕਰੀਏ। ਇੱਕ ਚੰਗੀ ਇਸਤਰੀ ਸਾਡਾ ਜੀਵਨ ਸਾਥੀ, ਔਰ ਇੱਕ ਧਨ, ਕਹਿੰਦੇ ਸਦਾ ਹੀ ਹਿਤਕਾਰੀ ਹੈ। ਕਿਉਂ ਹਿਤਕਾਰੀ ਹੈ? ਕਿਉਂਕਿ ਔਖੇ ਵੇਲੇ ਸਮੇਂ ਆਉਂਦੇ ਆਪਣੇ। ਏਕ ਤਜੈ ਕੁਲ ਕੇ ਲੀਏ ਕੁਲ ਤਿਆਗੈ ਪੁਰ ਹੇਤ, ਪੁਰ ਤਿਆਗੈ ਹਿਤ ਦੇਸ਼ ਕੇ ਦੇਸ਼ ਤਜੈ ਅਪਨੇਤ। ਕਿੱਡੇ ਪਿਆਰੇ ਬਚਨ ਆ। ਏਕ ਤਜੈ ਕੁਲ ਕੇ ਲੀਏ, ਕੁਲ ਕਿਹਨੂੰ ਕਹਿੰਦੇ ਆ? ਜਿਵੇਂ ਕਹਿੰਦੇ ਨੇ ਸਾਡੀ ਕੁਲ, ਖਾਨਦਾਨ। ਜੇ ਕਿ ਉਹਨਾਂ ਦੇ ਵਿੱਚੋਂ ਇੱਕ ਕੋਈ ਮਾੜਾ ਬੰਦਾ ਆ ਗਿਆ ਨਾ, ਉਹਨੂੰ ਛੱਡ ਦੋ। ਕਵੀ ਜੀ ਕਹਿੰਦੇ ਵੀ ਕੁਲ ਲਈ ਛੱਡ ਦੋ, ਕਿਉਂਕਿ ਉਹ ਕੁਲ ਨੂੰ ਗੰਦੀ ਕਰ ਰਿਹਾ। ਕਿਵੇਂ? ਕਹਿੰਦੇ ਹੁੰਦੇ ਇੱਕ ਮੱਝ ਲਿਬੜੀ ਆ, ਸਾਰਿਆਂ ਨੂੰ ਲਿਬੇੜਦੀ ਆ। ਇੱਕ ਸੇਬ ਖਰਾਬ ਆ, ਸਾਰਿਆਂ ਨੂੰ ਖਰਾਬ ਕਰਦਾ। ਉਹਨੂੰ ਛੱਡੋ, ਚਾਹੇ ਉਹ ਇਸਤਰੀ ਹੈ, ਚਾਹੇ ਉਹ ਬੰਦਾ ਹੈ। ਆਪਾਂ ਨੂੰ ਪਤਾ ਹੀ ਆ, ਬੰਦਾ, ਇਸਤਰੀ, ਜਿਹੜੇ ਕੁਲ ਤੇ ਦਾਗੀ ਕੁਲ ਨੂੰ ਦਾਗ ਲਾਉਂਦੇ ਆ। ਕੁਲ ਤਿਆਗਿਆ ਪੁਰ ਹੇਤ। ਹੁਣ ਪੁਰ ਨਗਰ ਵਾਲੇ, ਕਵੀ ਜੀ ਕਹਿੰਦੇ ਵੀ ਜੇ ਨਗਰ ਦੇ ਵਿੱਚ, ਵੇਖੋ ਇੱਕ ਮੈਂ ਦਲੀਲ ਦਿੰਦਾ, ਇੱਥੇ ਕੋਈ ਗਲਤ ਗੱਲ ਨਹੀਂ ਕਹੀਗੀ। ਪੂਰੇ ਮੁਹੱਲੇ ਦੇ ਵਿੱਚ ਇੱਕ ਪਰਿਵਾਰ, ਮਾਫੀ ਚਾਹੁੰਦਾ ਮੈਂ, ਦੋਵੇਂ ਹੱਥ ਜੋੜ ਕੇ, ਮੇਰਾ ਨਿੱਜੀ ਕਿਸੇ ਉੱਪਰ ਕੋਈ ਹੈ ਨਹੀਂਗਾ, ਪਰ ਆਪਾਂ ਗੱਲ ਕਰ ਰਹੇ ਹਾਂ ਵੀ ਵਿਚਾਰ ਦੀ। ਇੱਕ ਮੁਹੱਲੇ ਦੇ ਵਿੱਚ ਗੰਦਾ ਪਰਿਵਾਰ ਹੋਵੇ, ਭੈੜਾ ਪਰਿਵਾਰ ਹੋਵੇ, ਤੇ ਲੋਕ ਕੀ ਕਰਦੇ ਆ? ਲੋਕ ਨੂੰ ਤਿਆਗ ਦਿੰਦੇ ਆ। ਤਿਆਗਣਾ ਕਿਉਂ ਜ਼ਰੂਰੀ ਆ? ਆਮ ਤੌਰ ਤੇ ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਆ, ਅੱਜ ਵੀ ਕਹਿੰਦੇ ਆ ਕਿ ਭਾਈ ਫਲਾਨਾ ਘਰ ਮਾੜਾ ਹੈ, ਉਹ ਘਰ ਵੱਲ ਤੇ ਜਾਓ ਹੀ ਨਾ। ਅਸੀਂ ਸੁਣਦੇ ਆ ਇਹ ਗੱਲਾਂ,
ਸਾਡੇ ਬੋੜਾਂ ਥੱਲੇ, ਸਾਡੇ ਖੁੰਡ ਚਰਚਾ ਇਹ ਆਮ ਤੌਰ ਤੇ ਹੁੰਦੀ ਆ ਵੀ ਨਾ ਭਾਈ ਉੱਥੇ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂਕਿ ਉਹ ਘਰ ਮਾੜਾ ਹੈ। ਕਹਿੰਦੇ ਫਿਰ ਕੀ ਹੁੰਦਾ ਵੀ ਜਿਹੜੇ ਸਿਆਣੇ ਲੋਕ ਆ ਨਾ, ਪਿੰਡ ਵਾਲੇ, ਮੁਹੱਲੇ ਵਾਲੇ, ਉਹ ਘਰ ਨੂੰ ਛੱਡ ਦਿੰਦੇ ਆ ਵੀ ਇਹ ਭੈੜਾ ਘਰ ਹੈ। ਬਹੁਤ ਚੰਗੀ ਗੱਲ ਹੈ। ਪੁਰ ਤਿਆਗੈ ਹਿਤ ਦੇਸ਼। ਜਿਹੜਾ ਪਿੰਡ ਹੀ ਮਾੜਾ ਹੋਵੇ, ਦੇਸ਼ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ, ਫਿਰ ਕਹਿੰਦੇ ਉਹ ਪਿੰਡ ਛੱਡ ਦੇਵੋ। ਦੇਸ਼ ਤਜੈ ਅਪਨੇਤ। ਪਰ ਜੇ ਦੇਸ਼ ਹੀ ਮਾੜਾ ਫਿਰ ਕਰੀਏ, ਫਿਰ ਕਵੀ ਜੀ ਕਹਿੰਦੇ ਵੀ ਆਪ ਹੀ ਉਹ ਦੇਸ਼ ਤੋਂ ਚਲ ਜਾਵੋ। ਭਾਵੇਂ ਜਾਣਾ ਔਖਾ ਹੈ। ਸਾਡਾ ਨੌਜਵਾਨ ਵਰਗ ਸਾਰਾ ਜਿਹੜਾ ਹੈਗਾ ਉਹ ਬਾਹਰਲੀਆਂ ਕੰਟਰੀਆਂ 'ਚ ਇਸੇ ਕਰਕੇ ਆ ਰਿਹਾ। ਉਹਨਾਂ ਦਾ ਮਨ ਨਹੀਂ ਕਰਦਾ, ਜੀ ਨਹੀਂ ਕਰਦਾ ਕਿਸੇ ਦਾ। ਇੱਥੇ ਬੱਚੇ 10 ਕਿਲੋ ਸੰਥਿਆ ਕਰਦੇ ਆ, ਜੀ ਨਹੀਂ ਕਰਦਾ ਉਹਨਾਂ ਦਾ। ਮਾਂ ਪਿਓ ਛੱਡੇ, ਪਰਿਵਾਰ ਛੱਡੇ। ਕਿਉਂ ਛੱਡੇ ਆ? ਕਿਉਂਕਿ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਲੀਡਰ, ਉੱਥੋਂ ਦਾ ਦੇਸ਼ ਦੇ ਲੋਕ ਉਹ ਇਦਾਂ ਦੇ ਹੋ ਚੁੱਕੇ ਆ ਜਿਹੜੇ ਸਾਨੂੰ ਰੋਜੀ ਨਹੀਂ ਦੇ ਰਹੇ। ਫਿਰ ਕਹਿੰਦੇ ਵੀ ਸਹੀ ਦਿਮਾਗ ਨਾਲ, ਸਹੀ ਢੰਗ ਤਰੀਕੇ ਦੇ ਨਾਲ ਉਹ ਦੇਸ਼ ਨੂੰ ਛੱਡੋ ਜਿੱਥੇ ਤੁਹਾਨੂੰ ਰੋਟੀ ਨਹੀਂ ਮਿਲਦੀ। ਕੀ ਕਰਾਉਣਾ ਉੱਥੇ? ਕਿੱਡੇ ਸੋਹਣੇ ਬਚਨ ਲਿਖੇ ਹੋਏ ਆ। ਬਿਰਤ ਨਹੀਂ, ਬਾਂਧਵ ਨਹੀਂ, ਵਿਦਿਆ ਪ੍ਰਾਪਤ ਨਾਹੇ, ਨਹਿ ਆਦਰ ਜੇ ਦੇਸ਼ ਮੈਂ ਕਿਉਂ ਬਸੀਆ ਤਹਿ ਮਾਹੇ। ਜਿਸ ਪਿੰਡ ਦੇ ਵਿੱਚ, ਮਸਕੀਨ ਸਾਹਿਬ ਦੱਸਦੇ ਹੁੰਦੇ ਸੀ ਵੀ ਅੱਜ ਤੋਂ 50 ਸਾਲ ਪਹਿਲਾਂ ਲਾ ਸਕਦੇ ਹਾਂ ਆਪਾਂ, ਹਰੇਕ ਪਿੰਡ ਵਿੱਚ ਸਰਬਲੋਕ ਗ੍ਰੰਥ, ਸ੍ਰੀ ਦਸਮ ਗ੍ਰੰਥ ਤੇ ਆਦਿ ਸ਼੍ਰੀ ਗ੍ਰੰਥ ਦੇ ਚੋਟੀ ਦੇ ਪਾਠੀ ਮਿਲਦੇ ਹੁੰਦੇ ਸੀ। ਪਰ ਅੱਜ ਕਿੱਥੇ? ਅੱਜ ਤੇ ਹੈ ਹੀ ਕੁਛ ਨਹੀਂ। ਜਿਸ ਪਿੰਡ ਦੇ ਵਿੱਚ, ਜਿਸ ਨਗਰ ਦੇ ਵਿੱਚ ਬਿਰਤ ਨਹੀਂ, ਬਿਰਤ ਕਹਿੰਦੇ ਆ ਵੀ ਉਪਜੀਵਕਾ ਨਹੀਂ, ਜਿੱਥੇ ਰੋਜੀ ਨਹੀਂ ਮਿਲਦੀ, ਬਾਂਧਵ ਨਹੀਂ, ਚੰਗੇ ਰਿਸ਼ਤੇਦਾਰ ਨਹੀਂਗੇ, ਵਿਦਿਆ ਪ੍ਰਾਪਤ ਨਾ ਹੈ। ਉਹਨਾਂ ਸਮਿਆਂ ਦੇ ਵਿੱਚ, ਕਵੀ ਜੀ ਨੂੰ ਉਦੋਂ ਲਿਖਿਆ ਹੋਇਆ, ਉਹਨਾਂ ਸਮਿਆਂ ਦੇ ਵਿੱਚ ਵਿਦਿਆ ਨਹੀਂ ਹੁੰਦੀ ਸੀਗੀ। ਕਿਤੇ ਕਿਤੇ ਟਾਵੀਂ ਟਾਵੀਂ ਵਰਲੀ, ਕਿਉਂਕਿ ਵਿਦਿਆ ਪੜ੍ਹਨੀ ਬਹੁਤ ਜ਼ਰੂਰੀ ਹੈ। ਅੱਗੇ ਸਾਰੀ ਗੱਲ ਆ ਜਾਣੀ ਆ ਵਿਦਿਆ ਵਾਲੇ ਬੰਦੇ ਦਾ ਸਤਿਕਾਰ ਕਿਸ ਤਰ੍ਹਾਂ ਹੁੰਦਾ। ਜਿੱਥੇ ਕਹਿੰਦੇ ਵਿਦਿਆ ਨਹੀਂ, ਜਿੱਥੇ ਕਹਿੰਦੇ ਬਿਰਤ ਉਪਜੀਵਕਾ ਨਹੀਂ, ਚੰਗੇ ਰਿਸ਼ਤੇਦਾਰ ਨਹੀਂ, ਔਰ ਜਿਸ ਦੇਸ਼ ਦੇ ਵਿੱਚ, ਜਿਸ ਪਿੰਡ ਦੇ ਵਿੱਚ ਤੁਹਾਡਾ ਆਦਰ ਨਹੀਂਗਾ, ਜਾਂ ਘਰ ਦੇ ਵਿੱਚ ਕਹਿ ਲਵੋ ਆਦਰ ਨਹੀਂਗਾ, ਕਿਉਂ ਬਸੀਆ ਤਹਿ ਮਾਹੇ। ਭਾਈ ਉੱਥੇ ਕਿਵੇਂ ਵਸੋਗੇ? ਵਸਦਾ ਤੇ ਹੈਗਾ ਬੰਦਾ, ਪਰ ਰਹਿਣਾ ਬੜਾ ਔਖਾ ਹੈ। ਕਿੱਦਾਂ ਸਮਾਂ ਲੰਘਾਵੇਗਾ? ਏਕ ਪਾਏ ਦਰ ਧਰ ਦ੍ਰਿੜ ਕਰੈ, ਤਬੈ ਉਠਾਵੈ ਔਰ, ਜਬ ਲਗ ਆਗਿਆ ਦ੍ਰਿੜ ਨਹੀਂ, ਤਬ ਲਗ ਤਜੈ ਨਾ ਠੌਰ। ਬਹੁਤ ਸੋਹਣੀ ਗੱਲ ਕਹੀ ਆ ਇਹ, ਬੜੀ ਵਧੀਆ ਗੱਲ ਕਹੀ ਆ ਕਵੀ ਜੀ ਨੇ। ਏਕ ਪਾਏ ਧਰ ਦ੍ਰਿੜ ਕਰੈ, ਤਬੈ ਉਠਾਵੈ ਔਰ। ਉਹਦਾ ਕਵੀ ਜੀ ਦਾ ਕਹਿਣ ਤੋਂ ਭਾਵ ਇਹ ਆ ਵੀ ਜਿੰਨਾ ਚਿਰ ਅਗਲਾ ਪੈਰ ਪੱਕਾ ਨਹੀਂ ਕਰ ਲੈਂਦੇ ਤੁਸੀਂ, ਉਹਨਾਂ ਚਿਰ ਆਪਣਾ ਜਿਹੜਾ ਪਿਛਲਾ ਪੈਰ ਉਹ ਕਦੇ ਵੀ ਨਾ ਚੱਕੋ। ਉਹਦਾ ਅਰਥ ਕੀ ਹੈ? ਜਿਵੇਂ ਆਮ ਤੌਰ ਤੇ ਦੇਖਿਆ, ਕਈ ਲੋਕ ਕੀ ਕਰਦੇ ਆ ਨਾ, ਮੈਂ ਦਲੀਲ ਦਿੰਨਾ ਵੀ 10,000 ਰੁਪਈਆ ਲੈਂਦੇ ਆ, ਦੂਜੀ ਕੰਪਨੀ ਕਹਿ ਦਿੰਦੀ ਹੈ 12 ਦਿੰਦੀ ਆ। ਅੱਛਾ, ਉਹ 12 ਦਿੰਦੀ ਆ, ਉਹ ਪਹਿਲਾਂ ਹੀ ਛੱਡ ਦਿੰਦੇ ਆ। ਉਹ ਫਿਰ ਇਧਰੋਂ ਵੀ ਜਾਂਦਾ ਤੇ ਉਧਰੋਂ ਵੀ ਜਾਂਦਾ। ਕਹਿੰਦੇ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਉਹੀ ਗੱਲ ਹੋ ਗਈ ਨਾ। ਉਹ ਇਧਰੋਂ ਵੀ ਜਾਂਦਾ, ਉਧਰੋਂ ਵੀ ਜਾਂਦਾ। ਕਵੀ ਜੀ ਕਹਿੰਦੇ ਆ ਵੀ ਏਕ ਪਾਏ ਧਰ ਦ੍ਰਿੜ ਕਰੈ। ਜਿੰਨਾ ਚਿਰ ਤੁਸੀਂ ਅਗਲਾ ਪੈਰ ਪੱਕਾ ਨਹੀਂ ਕਰਦੇ, ਤੁਹਾਨੂੰ ਨਹੀਂ ਪਤਾ ਲੱਗਦਾ ਵੀ ਅਗਲੀ ਮੈਨੂੰ ਨੌਕਰੀ ਮਿਲ ਗਈ ਆ ਜਾਂ ਮੈਨੂੰ ਨਹੀਂ ਮਿਲੀ। ਜੇ ਨਹੀਂ ਮਿਲੀ ਤੇ ਪਹਿਲੀ ਨਾ ਛੱਡੋ। ਇਹ ਨਾ ਕਹੋ ਵੀ 6-7 ਹਜ਼ਾਰ ਰੁਪਇਆ ਪਹਿਲਾਂ ਲੈ ਰਹੇ ਆ ਤੇ ਕੋਈ ਕਹਿ ਦੇ ਵੀ ਤੁਹਾਨੂੰ 8-9 ਹਜ਼ਾਰ ਦੇ ਨੇ, ਮੇਰੇ ਵੱਲ ਆ ਜਾਓ, ਤੇ 6-7 ਹਜ਼ਾਰ ਨੂੰ ਪਹਿਲਾਂ ਹੀ ਮਾਰ ਦੋ ਲੱਤ। ਨਾ ਉਧਰੋਂ ਹੋਵੋ ਨਾ ਇਧਰੋਂ ਹੋਵੋ, ਪਹਿਲਾਂ ਅਗਲਾ ਕੰਮ ਪੱਕਾ ਕਰ ਲਓ। ਉਹਨਾਂ ਚਿਰ ਦੱਸੋ ਵੀ ਨਾ, ਗੁਪਤ ਰੱਖੋ ਗੱਲ ਵੀ ਮੈਂ ਕਿੱਧਰ ਕਰ ਰਿਹਾ। ਤੁਸੀਂ ਰੌਲਾ ਵੀ ਪਾ ਦਿੰਦੇ, ਆਪਾਂ ਸਾਰੇ ਰੌਲਾ ਪਾ ਦਿੰਦੇ ਆ ਨਾ ਵੀ ਮੈਂ ਆਹ ਕੰਮ ਕਰ ਰਿਹਾ, ਮੈਂ ਉਹ ਕਰ ਰਿਹਾ। ਉਹ ਤੇ ਫਿਰ ਜਿੱਥੇ ਤੁਸੀਂ ਪਹਿਲਾਂ ਕਰ ਦਿਓ ਤੇ ਗੱਲ ਪਹੁੰਚ ਜਾਂਦੀ ਹੈ। ਇਹ ਗੱਲਾਂ ਬਹੁਤ ਵਧੀਆ। ਉਹਨਾਂ ਚਿਰ ਪੈਰ ਨਾ ਉਠਾਓ, ਜਬ ਲਗ ਆਗਾ ਦ੍ਰਿੜ ਨਹੀਂ, ਤਬ ਲਗ ਤਜੈ ਨਾ ਠੌਰ। ਆਗਾ ਜਾਨੀ ਅੱਗੇ। ਜਿੰਨਾ ਚਿਰ ਤੁਹਾਡਾ ਜਿਹੜਾ ਅਗਲਾ ਪਾਸਾ ਦ੍ਰਿੜ ਨਹੀਂ ਹੋ ਰਿਹਾ ਵੀ ਮੈਨੂੰ ਪੱਕਾ ਨੌਕਰੀ ਮਿਲ ਗਈ ਹੈ, ਮੈਨੂੰ ਅੱਗੇ ਜਾ ਕੇ ਵੀ ਹੁਣ ਮੇਰੇ ਪੱਕਾ ਮਤਲਬ ਹੋ ਗਿਆ ਸਿਸਟਮ ਤੇ ਮੈਂ ਹੁਣ ਇਸ ਚੀਜ਼ ਨੂੰ ਛੱਡ ਦੇਵਾਂ। ਕਈ ਬਹੁਤ ਲੋਕ ਹੈਗੇ ਆ ਵੀ ਇਧਰੋਂ ਵੀ ਛੱਡ ਦਿੰਦੇ ਤੇ ਉਧਰੋਂ ਵੀ ਛੱਡ ਦਿੰਦੇ ਆ। ਇਹ ਖਿਆਲ ਰੱਖਿਓ। ਜਾਹੇ ਸ਼ਾਹੋ ਨਹਿ ਨਦੀ ਨਹਿ, ਵੈਦ ਜੋਤ ਕੀ ਨਾਹੇ, ਨਹਿ ਰਹੀਆ ਤੇ ਦੇਸ਼ ਮੈਂ ਚਾਰੇ, ਨਹਿ ਜਿਹ ਮਾਹੇ। ਜਿੱਥੇ ਸ਼ਾਹੋ ਦਾ ਅਰਥ ਹੁੰਦਾ ਵੀ ਸ਼ਾਹੂਕਾਰ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਕਹਿੰਦੇ ਸ਼ਾਹ ਬਿਨਾ ਪੱਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ। ਬਿਲਕੁਲ ਸਹੀ ਗੱਲ ਆ। ਸ਼ਾਹੂਕਾਰ, ਜਿਸ ਪਿੰਡ ਦੇ ਵਿੱਚ ਚੰਗਾ ਸ਼ਾਹੂਕਾਰ ਨਹੀਂਗਾ, ਜਾਂ ਆਪਾਂ ਕਹਿ ਦਿੰਦੇ ਹਾਂ ਵੀ ਜਿਹਦੇ ਕੋਲ ਜਾ ਕੇ ਅਸੀਂ ਆਪਣਾ
ਸਹਾਰਾ ਲੈ ਸਕੀਏ। ਸ਼ਾਹ ਬਿਨਾ ਪੱਤ ਨਹੀਂ ਗੀ। ਜਿੱਥੇ ਚੰਗਾ ਸ਼ਾਹੂਕਾਰ ਨਹੀਂ ਔਰ ਨਦੀ ਨਾ ਹੈ, ਜਿੱਥੇ ਨਦੀ ਨਹੀਂ, ਨਦੀ ਤੋਂ ਅਰਥ ਜਿੱਥੇ ਪਾਣੀ ਨਹੀਂ ਗਾ। ਜਿਵੇਂ ਰਾਜਸਥਾਨ ਦੇ ਏਰੀਏ 'ਚ ਬਹੁਤ ਇਦਾਂ ਦੇ ਏਰੀਆ ਪਾਣੀ ਦੀ ਬੜੀ ਕਮੀ ਹੈ। ਵੈਦ ਜੋਤ ਕੀ ਨਾ ਹੈ, ਜਿੱਥੇ ਵੈਦ ਵੀ ਹੈ ਨਹੀਂ, ਡਾਕਟਰ ਨਹੀਂ ਗਾ, ਕੀ ਕਰਾਂਗੇ ਆਪਾਂ। ਸਮਝਣ ਵਾਲੀ ਗੱਲ ਹੈ। ਜੋਤਕੀ ਦਾ ਅਰਥ ਵੀ ਚੰਗਾ ਵਿਦਿਆ ਵਾਲਾ ਬੰਦਾ, ਸਿਆਣਾ ਬੰਦਾ ਕਹਿ ਲਵੋ, ਉਹ ਵੀ ਹੈ ਨਹੀਂਗਾ। ਨਹਿਰਈਆ ਤੇ ਦੇਸ਼ ਮੈਂ ਚਾਰੇ ਨਹ ਜਹ ਮਾਹੇ, ਭਾਈ ਉੱਥੇ ਕੀ ਰਹਿ ਕੇ ਕਰੋਗੇ, ਕਿਉਂਕਿ ਇਹ ਤੇ ਚਾਰਾਂ ਦੀ ਲੋੜ ਆ। ਸ਼ਾਹ ਦੀ ਵੀ ਲੋੜ ਆ, ਸ਼ਾਹੂਕਾਰ ਦੀ ਮਾਇਆ ਫੜ ਲਈਏ ਕਾਰਜ ਲਈ। ਫਿਰ ਆਪਾਂ ਨੂੰ ਨਦੀ ਦੀ ਲੋੜ ਆ, ਪਾਣੀ ਦੀ ਲੋੜ ਆ, ਮਾਨੋ ਪਾਣੀ ਪੀਣਾ ਵੀ ਆ, ਨਹਾਉਣਾ ਧੋਣਾ ਵੀ ਆ। ਫਿਰ ਵੈਦ ਦੀ ਵੀ ਲੋੜ ਆ, ਡਾਕਟਰ ਦੀ ਲੋੜ ਆ, ਜਿਸ ਪਿੰਡ ਵਿੱਚ ਡਾਕਟਰ ਹੀ ਹੈ ਨਹੀਂਗਾ। ਔਰ ਫਿਰ ਜੋਤਕੀ, ਪੜ੍ਹਿਆ ਇਨਸਾਨ, ਚੰਗਾ ਇਨਸਾਨ, ਬੁੱਧੀਜੀਵ ਇਨਸਾਨ, ਚਲੋ ਅੱਜ ਤੇ ਬਹੁਤ ਜ਼ਿਆਦਾ ਹੈਗੇ ਆ। ਫਿਰ ਕਹਿੰਦੇ ਵੀ ਜਿੱਥੇ ਚਾਰੇ ਹੈ ਨਹੀਂਗੇ, ਉਸ ਪਿੰਡ ਵਿੱਚ ਰਹਿ ਕੇ ਕੀ ਕਰਨਾ, ਨਗਰ ਵਿੱਚ ਰਹਿ ਕੇ ਕੀ ਕਰਨਾ। ਹਾਂਜੀ। ਅਤ ਤੇਜਸਵੀ ਨਿਰਪਤ ਜੋ ਤਜੀਓ ਕਪਟੀ ਮੀਤ, ਸਵਾਮੀ ਤਜੀਓ ਅਤ ਕਿਰਪਨ, ਕਰਤ ਕਨ ਸੋ ਕਿਆ ਪ੍ਰੀਤ। ਕਿੰਨੇ ਸੋਹਣੇ ਬਚਨ ਆ। ਕਹਿੰਦੇ ਅਤ ਬਹੁਤ ਜ਼ਿਆਦਾ, ਤੇਜਸਵੀ ਦਾ ਅਰਥ ਆ ਵੀ ਕ੍ਰੋਧਵਾਨ, ਨਿਰਪਤ ਜੋ ਰਾਜਾ, ਜਿਹੜਾ ਰਾਜਾ ਤੁਹਾਨੂੰ ਕੋਈ ਸਤਿਕਾਰ ਨਹੀਂ ਦੇ ਰਿਹਾ। ਹੁਣ ਸਾਡੇ ਲਈ ਰਾਜੇ ਕੌਣ ਆ, ਲੀਡਰ ਚਲੋ ਹੈਗੇ ਹੀ ਹੈਗੇ, ਜਾਂ ਸਾਡੇ ਜਿਹੜੇ ਜਿਨ੍ਹਾਂ ਕੋਲ ਅਸੀਂ ਕੰਮ ਕਰਦੇ ਆ ਉਹ ਰਾਜਾ, ਕਿਉਂਕਿ ਜਿਹੋ ਜਿਹਾ ਪ੍ਰਕਰਮ ਆ ਉਹੋ ਜਿਹਾ ਅਰਥ ਕਰਨਾ। ਤੁਸੀਂ ਕਿਸੇ ਕੋਲੇ ਕੰਮ ਕਰਦੇ ਆ ਪਰ ਉਹ ਇੰਨਾ ਕੁ ਜ਼ਿਆਦਾ ਕ੍ਰੋਧਵਾਨ ਆ, ਉਹ ਕ੍ਰੋਧ ਵਿੱਚ ਆ ਕੇ ਤੁਹਾਨੂੰ ਕਦੇ ਮੰਦਾ ਬੋਲੇਗਾ, ਕਿਉਂਕਿ ਉਹਦੇ ਕ੍ਰੋਧ ਕਰਕੇ, ਕ੍ਰੋਧ ਤਾਂ ਐਸੀ ਆ ਅੱਗ, ਜਿਵੇਂ ਜੰਗਲ ਵਿੱਚ ਥੋੜੀ ਜਿਹੀ ਅੱਗ ਲਾ ਦਈਏ ਤੇ ਉਹ ਭਾਂਬੜ ਦਾ ਰੂਪ ਲੈ ਜਾਂਦੀ ਆ। ਬਿਲਕੁਲ ਇਸੇ ਤਰ੍ਹਾਂ ਜੇ ਤੁਸੀਂ ਵੀ ਕ੍ਰੋਧੀ ਆ, ਅੱਗੋਂ ਉਹ ਵੀ ਕ੍ਰੋਧੀ ਆ, ਕਿੰਨਾ ਨੁਕਸਾਨ ਹੋਊਗਾ। ਜੇ ਕੋਈ ਮਾਲਕ ਤੁਹਾਡਾ ਜਿਹਦੇ ਕੋਲ ਤੁਸੀਂ ਕੰਮ ਕਰਦੇ ਆ, ਜੇ ਉਹ ਕ੍ਰੋਧੀ ਆ ਨਾ, ਉਹ ਤੋਂ ਪਾਸਾ ਵੱਟ ਕੇ ਰੱਖੋ। ਜੇ ਨਹੀਂ ਛੱਡ ਸਕਦੇ ਜੋ ਕ੍ਰੋਧੀ, ਉਹ ਤੋਂ ਪਾਸੇ ਰਹੋ, ਜ਼ਿਆਦਾ ਉਹਦੇ ਕੋਲੇ ਨਾ ਬੈਠੋ। ਇਹ ਚਾਣਕੀਆ ਜੀ ਕਹਿ ਰਹੇ ਆ, ਜ਼ਿਆਦਾ ਨੇੜੇ ਨਾ ਆਵੋ, ਕਿਉਂਕਿ ਉਹਨੇ ਕ੍ਰੋਧ ਵਿੱਚ ਤੁਹਾਨੂੰ ਕੋਈ ਇਹੋ ਜਿਹੀ ਗੱਲ ਕਹਿਣੀ ਹੈ, ਜੇ ਤੁਸੀਂ ਵੀ ਕ੍ਰੋਧੀ ਆ ਤੇ ਮਹਾਰਾਜ ਦੇ ਬਚਨ ਨਾਲ ਬੋਲਤ ਬੋਲਤ ਬੜਾ ਬਕਾਰਾ ਝਗੜਾ ਹੋ ਜਾਣਾ। ਫਿਰ ਕਹਿੰਦੇ ਤਜੀਓ ਕਪਟੀ ਮੀਤ, ਖੋਟਾ ਮੀਤ ਜਿਹੜਾ ਨਾ ਮਿੱਤਰ, ਕਪਟੀ ਛਲ ਕਰਨ ਵਾਲਾ, ਕਪਟ ਕਰਨ ਵਾਲਾ, ਬੜੇ ਅੱਜ ਛਲ ਕਪਟ ਕਰਨ ਵਾਲੇ ਮਿੱਤਰ ਮਿਲ ਜਾਂਦੇ ਆ। ਅੱਜ ਦੇ ਸਮੇਂ ਦੇ ਵਿੱਚ ਤੇ ਮਿੱਤਰਤਾ ਹੀ ਕੌਣ ਨਿਭਾ ਰਿਹਾ, ਉਹ ਵੀ ਕਹਿੰਦੇ ਛੱਡ ਦੇਵੋ। ਸਵਾਮੀ ਤਜੀਓ ਅਤ ਕਿਰਪਨ, ਸਵਾਮੀ ਦਾ ਅਰਥ ਮਾਲਕ, ਜਿਹੜਾ ਬਹੁਤਾ ਹੀ ਕੰਜੂਸ ਹੈ, ਉਹ ਮਾਲਕ ਕੋਲੇ ਰਹਿ ਕੇ ਤੁਸੀਂ ਕੀ ਕਰੋਗੇ ਦੱਸੋ। ਉਹਨੂੰ ਛੱਡ ਦੇਵੋ, ਕਵੀ ਜੀ ਕਹਿੰਦੇ, ਕਿਉਂਕਿ ਉਹ ਜੇ ਮੰਨ ਲਓ ਤੁਹਾਨੂੰ ਤੁਹਾਡੀ ਪੇ ਆ 10,000 ਰੁਪਈਆ, ਤੇ ਉਹ ਵੀ ਦਿੰਦਾ ਤੋੜ ਤੋੜ ਕੇ, 2 ਦੇਤਾ, 4 ਦੇਤਾ, ਫਿਰ ਰੌਲਾ ਪਾਉਣਾ, ਫਿਰ ਕੀ ਕੰਮ ਕਰੋਗੇ, ਤੁਹਾਨੂੰ ਕੰਮ ਕਰਨ ਦਾ ਸਵਾਦ ਆਊ। ਛੱਡੋ, ਹੋਰ ਕਿਤੇ ਕੰਮ ਲੱਭੋ, ਪਰ ਲੱਭਣ ਤੋਂ ਪਹਿਲਾਂ ਨਾ ਛੱਡੋ। ਜੋ ਲੱਭ ਲਿਆ, ਲੱਭਣ ਦੀ ਕੋਸ਼ਿਸ਼ ਕਰੋ, ਕਵੀ ਜੀ ਇਹੀ ਗੱਲ ਕਹਿ ਰਹੇ ਆ। ਉਹਨੂੰ ਛੱਡੋ, ਕਿਉਂਕਿ ਉਹ ਤੁਹਾਨੂੰ ਨੁਕਸਾਨ ਪਹੁੰਚਾਵੇਗਾ। ਹਾਂਜੀ। ਕਿਰਤ ਘਣ ਸੋ ਕਿਆ ਪ੍ਰੀਤ, ਜਿਹੜਾ ਅਕ੍ਰਿਤ ਘਣ ਬੰਦਾ ਨਾ, ਕਿਰਤ ਘਣ ਹੁੰਦਾ ਜਿਹੜਾ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਂਦਾ। ਹੁਣ ਤੁਹਾਡੇ ਤੋਂ ਕੋਈ ਪਰਉਪਕਾਰ ਕਰ ਰਿਹਾ, ਤੁਸੀਂ ਇੱਕ ਪਲ ਵਿੱਚ ਭੁੱਲ ਗਏ, ਉਹਦੇ ਨਾਲ ਕਦੇ ਵੀ ਪ੍ਰੀਤੀ ਨਾ ਪਾਓ, ਕਿਉਂਕਿ ਜਿਹਨੇ ਤੁਹਾਡੇ ਤੇ ਪਰਉਪਕਾਰ ਕੀਤਾ ਉਹ ਭੁੱਲ ਗਿਆ, ਤੁਸੀਂ ਫਿਰ ਦੁਬਾਰਾ ਪਰਉਪਕਾਰ ਕਰਦੇ ਹੋ, ਫਿਰ ਭੁੱਲ ਜਾਂਦਾ, ਉਹ ਤੁਹਾਨੂੰ ਨੁਕਸਾਨ ਦੇਊਗਾ। ਕੀ ਪ੍ਰੀਤੀ ਕਰ ਲਓਗੇ ਉਹਦੇ ਨਾਲ, ਕੋਈ ਪ੍ਰੀਤੀ ਨਹੀਂ ਗੀ। ਅਬ੍ਰਤ ਦੇਸ਼ ਕੇ ਤਿਆਗੀਐ, ਬ੍ਰਤ ਉਪਦਰਵੀ ਤਿਆਗ, ਕਿਰਪਨ ਕ੍ਰਿਤ ਘਣੀ ਤਿਆਗ, ਪੁੱਤਰ ਰਹੇ ਨਾ ਤਿਨ ਸਿਓ ਲਾਗ। ਦੇਖੋ ਕਹਿੰਦੇ ਅਬ੍ਰਿਤ ਐੜਾ ਲੱਗ ਗਿਆ, ਜਿੱਥੇ ਉਪਜੀਵਕਾ ਨਹੀਂ, ਰੋਜੀ ਨਹੀਂ ਗੀ। ਦੇਸ਼ ਕੇ ਤਿਆਗੀ ਹੈ, ਉਹੀ ਗੱਲ ਕਹਿ ਗਏ ਵੀ ਉਹ ਦੇਸ਼ ਨੂੰ ਛੱਡ ਦੇਵੋ। ਬ੍ਰਿਤ ਉਪਦਰਵੀ ਤਿਆਗ, ਉਪਦਰਵੀ ਦਾ ਅਰਥ ਦਾ ਝਗੜਾ, ਜਿਸ ਉਪਜੀਵਕਾ ਦੇ ਵਿੱਚ, ਕੰਮ ਦੇ ਵਿੱਚ ਤੁਹਾਡਾ ਝਗੜਾ, ਮਾਲਕ ਨਾਲ ਝਗੜਾ ਹੈ, ਕੰਮ ਕਰਕੇ ਝਗੜਾ ਹੈ। ਜਿਵੇਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਪੈਸਾ ਕਮਾਉਣ ਨੂੰ ਡਾਕਟਰੀ, ਐਸ਼ ਕਰਨ ਨੂੰ ਮਾਸਟਰੀ, ਤੇ ਲੜਾਈ ਨੂੰ ਡਰਾਈਵਰੀ ਤੇ ਕੰਡਕਟਰੀ। ਇਹ ਖਾਣੇ ਬਣੇ ਆ ਪੁਰਾਣੇ ਬਜ਼ੁਰਗਾਂ ਦੇ। ਉਹ ਗੱਲ ਆ ਵੀ ਜਿੱਥੇ ਤੁਹਾਨੂੰ ਪਤਾ ਲੱਗ ਰਿਹਾ ਵੀ ਜਿਸ ਕੰਮ ਦੇ ਵਿੱਚ ਪੱਲੇ ਕੁਝ ਪੈਂਦਾ ਨਹੀਂਗਾ, ਲੜਾਈ ਜ਼ਿਆਦਾ ਹੁੰਦੀ ਆ, ਝਗੜਾ ਜ਼ਿਆਦਾ ਹੁੰਦਾ, ਫਿਰ ਕਹਿਣ ਲੱਗੇ ਬ੍ਰਿਤ ਉਪਦਰਵੀ, ਉਹ ਜਿਹੜੀ ਉਪਦਰਵੀ ਭਾਵ ਜਿੱਥੇ ਝਗੜਾ ਹੋ ਰਿਹਾ, ਜਿਸ ਕੰਮ ਦੇ ਵਿੱਚ, ਕਵੀ ਜੀ ਕਹਿੰਦੇ ਤਿਆਗ ਦੇਵੋ।
कृपन कृत कनि त्याग पुत्र ਰਹੇ ਨਾ ਤਿਨ ਸਿਓ ਲਾਗ। ਹੁਣ ਕਵੀ ਜੀ ਕਹਿ ਰਹੇ ਆ ਵੀ ਜਿਹੜਾ ਕੰਜੂਸ ਔਰ ਨੰਬਰ 2 ਤੇ ਕਰਤਕਣ ਉਹਨੂੰ ਛੱਡ ਦੇਵੋ। ਕਿਉਂ? ਕਿਉਂਕਿ ਰਹੇ ਨਾ ਤਿਨ ਸਿਓ ਲਿਆਗ। ਕਹਿੰਦੇ ਵੀ ਇਹੋ ਜਿਹੇ ਬੰਦੇ ਨਾਲ ਕਦੇ ਵੀ ਤੁਹਾਡੀ ਬਣਦੀ ਨਹੀਂ ਗੀ, ਬਣਨੀ ਆਪੇ ਨਹੀਂ, ਕਿਉਂਕਿ ਉਹ ਕੰਜੂਸ ਹੈ। ਫਿਰ ਨੰਬਰ 2 ਤੇ ਉਹ ਕਿਰਪਣ ਕਰਤਕਣ ਵੀ ਆ, ਤੁਸੀਂ ਪਰਉਪਕਾਰ ਕੀਤਾ ਉਹ ਭੁੱਲ ਗਿਆ ਨਾਲ ਦੀ ਨਾਲ ਹੀ, ਕਿਵੇਂ ਬਣ ਜੂਗੀ। ਛਾੜ ਜਾਹੇ ਧਨ ਕਹਿ ਗਏ ਪੁੱਤਰ ਮਿੱਤਰ ਹਿਤ ਨਾਰ, ਧਨ ਆਵੇ ਜਬ ਪੁਰਖ ਪਿਆਏ ਮਿਲੇ ਜਿਹ ਚਾਰ। ਬਹੁਤ ਸੋਹਣੀ ਗੱਲ ਲਿਖੀ ਹੈ। ਛੱਡ ਜਾਂਦੇ ਆ ਕਹਿੰਦੇ ਧਨ ਦੇ ਗਿਆ, ਕਿਹੜੇ ਪੁੱਤਰ ਵੀ ਛੱਡ ਜਾਂਦੇ ਆ, ਬਹੁਤ ਦੇਖੇ ਆ, ਮਿੱਤਰ ਵੀ ਛੱਡ ਜਾਂਦੇ ਆ, ਨਾਰ ਵੀ ਛੱਡ ਜਾਂਦੀ ਆ। ਧਨ ਆਵੇ ਜਬ ਪੁਰਖ ਪੈ ਆਏ ਮਿਲੇ ਇਹ ਚਾਰ। ਫਿਰ ਜਦੋਂ ਧਨ ਆ ਜਾਂਦਾ ਤੇ ਫਿਰ ਆ ਕੇ ਇਹ ਦੋਸਤੀ ਕਰ ਲੈਂਦੇ ਨੇ। ਨਰ ਦਾਤਾ ਤੇ ਚਾਤਰੀ ਲੱਜਾ ਧਰਮ ਨਾ ਆਏ, ਤਹਾਂ ਨ ਰਹੀ ਹੈ ਏਕ ਦਿਨ ਯਹ ਇਹ ਪੰਚੋ ਨਾਹੀ। ਨਰ ਦਾਤਾ, ਤੁਹਾਡੇ ਨਗਰ ਦੇ ਵਿੱਚ ਕੋਈ ਦਾਤਾ ਬੰਦਾ ਜੇ ਹੈ ਨਹੀਂ। ਉਹਨਾਂ ਸਮਿਆਂ ਵਿੱਚ ਇਹ ਗੱਲਾਂ ਹੁੰਦੀਆਂ ਸੀਗੀਆਂ, ਅੱਜ ਚਲੋ ਸਮਾਂ ਬਦਲ ਗਿਆ। ਨਰ ਦਾਤਾ ਤੇ ਚਾਤਰੀ, ਚਾਤਰੀ ਸਿਆਣਪ, ਜਿਸ ਨਗਰ ਦੇ ਵਿੱਚ ਸਿਆਣਾ ਬੰਦਾ ਹੈ ਨਹੀਂ, ਦਾਤਾ ਪੁਰਸ਼ ਹੈ ਨਹੀਂ। ਲੱਜਾ, ਲੱਜਾ ਕਹਿੰਦੇ ਸ਼ਰਮ, ਧਰਮ ਨਾ ਇਹ, ਜਿੱਥੇ ਧਰਮ ਵੀ ਹੈ ਨਹੀਂ। ਇਹ ਚਾਰ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ। ਕਿਹੜੀਆਂ ਕਿਹੜੀਆਂ? ਮਨੁੱਖ ਜਿੱਥੇ ਦਾਤਾ, ਜਿੱਥੇ ਸਿਆਣਾ, ਜਿੱਥੇ ਲੱਜਾ ਸ਼ਰਮ ਵੀ ਹੈ, ਔਰ ਜਿੱਥੇ ਧਰਮ ਵੀ ਆ। ਤਾਹਾਂ ਨ ਰਹੀਏ ਇੱਕ ਦਿਨ ਜਹ ਇਹ ਪੰਚੋ ਨਾਹੇ। ਹਾਂ, ਉਹ ਕਹਿੰਦੇ ਵੀ ਜਿੱਥੇ ਇਹ ਭਾਈ ਹੈ ਨਹੀਂ ਨਾ, ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ। ਕੀ ਰਹਿ ਕੇ ਕਰੋਗੇ? ਕਿਉਂਕਿ ਅੱਜ ਦੇਖੀਏ ਸਾਡੇ ਘਰਾਂ ਦੇ ਵਿੱਚ ਵੀ ਇਦਾਂ ਹੀ ਆ। ਠੀਕ ਆ, ਕੋਈ ਲੱਜਾ ਦੀ ਗੱਲ ਨਹੀਂ, ਕੋਈ ਸ਼ਰਮ ਦੀ ਗੱਲ ਨਹੀਂ, ਕੋਈ ਧਰਮ ਦੀ ਗੱਲ ਨਹੀਂ। ਇਸੇ ਕਰਕੇ ਸਾਡੇ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਨਹੀਂ ਮਿਲ ਰਹੀਗੀ, ਕਿਉਂਕਿ ਚੀਜ਼ਾਂ ਗਵਾ ਚੁੱਕੇ ਆ। ਇਸੇ ਕਰਕੇ ਆਹੀ ਤੇ ਕਾਰਨ, ਹੋਰ ਕਾਰਨ ਕੀ ਹੈ? ਬੰਧ ਪ੍ਰੀਛਾ ਭੀਰ ਹੈ, ਕਾਰਿਆ ਪ੍ਰੀਛਾ ਦਾਸ, ਮਿੱਤਰ ਪ੍ਰੀਛਾ ਅਪਦਾ, ਤ੍ਰਿਆ ਪ੍ਰੀਛਾ ਧਨ ਨਾਸ। ਰੋਗ ਭੀਰ ਦੁਰਭੁੱਖ ਮੈਂ, ਰਾਜ ਦਵਾਰ ਸਨਮਾਨ, ਰਹਿ ਰਾਜ ਬ੍ਰਿਗਹਿ ਵਿਖੇ, ਸੋ ਬੰਧ ਬਤੂ ਜਾਨ। ਬੜੇ ਸੋਹਣੇ ਬਚਨ ਆ। ਬੰਧ ਪ੍ਰੀਛਾ ਭੀਰ ਹੈ, ਜਦੋਂ ਕਹਿੰਦੇ ਭੀੜ ਪੈਂਦੀ ਹੈ ਨਾ ਬੰਦੇ ਤੇ, ਬਾਂਧਵ ਰਿਸ਼ਤੇਦਾਰ, ਪ੍ਰੀਖਿਆ ਉਸ ਵੇਲੇ ਰਿਸ਼ਤੇਦਾਰ ਦੀ ਹੁੰਦੀ ਆ। ਉਦਾਂ ਕੋਈ ਮਰਜ਼ੀ ਕਹੀ ਜਾਵੇ ਮੈਂ ਤੇਰਾ ਚਾਚਾ, ਮੈਂ ਤੇਰਾ ਤਾਇਆ, ਮੈਂ ਤੇਰਾ ਫਲਾਨਾ, ਮੈਂ ਤੇਰਾ ਇਦਾਂ, ਇਹ ਨਹੀਂ ਗੱਲ। ਲੋੜ ਪੈਣ ਤੇ, ਜਦੋਂ ਲੋੜ ਪੈਂਦੀ ਹੈ ਨਾਲ ਕੌਣ ਖੜਦਾ, ਉਦੋਂ ਪਤਾ ਲੱਗਦਾ ਵੀ ਆਹ ਮੇਰਾ ਚਾਚਾ ਸੀ, ਆਹ ਮੇਰਾ ਤਾਇਆ ਸੀ, ਆਹ ਮੇਰਾ ਮਾਸੜ ਸੀ, ਆਹ ਮੇਰੀ ਭੂਆ ਸੀ, ਆਹ ਮੇਰਾ ਫੁੱਫੜ ਸੀ, ਆਹ ਮੇਰੇ ਮਾਮੇ ਸੀ, ਆਹ ਮੇਰੇ ਨਾਨਕੇ ਸੀ, ਵੀ ਇਹਨਾਂ ਨੇ ਮੇਰਾ ਸਾਥ ਦਿੱਤਾ। ਪ੍ਰੀਖਿਆ, ਪ੍ਰੀਖਿਆ ਦਾ ਪ੍ਰੀਖਿਆ, ਬਾਂਧਵ ਰਿਸ਼ਤੇਦਾਰ ਦੀ ਪ੍ਰੀਖਿਆ ਉਸ ਵੇਲੇ ਹੋਣੀ ਆ ਜਦੋਂ ਬੰਦੇ ਤੇ ਭੀੜ ਪੈਂਦੀ ਆ। ਉਦੋਂ ਸਵਾਲ ਕਰੇ, ਉਦੋਂ ਕਹਿਣਗੇ ਨਾ ਭਾਈ ਸਾਡੇ ਕੋਲੇ ਕਿੱਥੇ, ਸਾਡੇ ਤੋਂ ਸਰਨਾ ਹੀ ਨਹੀਂ। ਝੂਠੇ ਰਿਸ਼ਤੇਦਾਰ ਹੋ। ਜੇ ਕੋਈ ਖੜਦਾ ਫਿਰ ਪਤਾ ਲੱਗਦਾ। ਕਾਰਿਆ ਪ੍ਰੀਛਾ ਦਾਸ, ਕਾਰਿਆ ਕਹਿੰਦੇ ਕਾਰਜ, ਦਾਸ ਕਹਿੰਦੇ ਨੌਕਰ ਨੂੰ, ਜਾਂ ਨੌਕਰ ਕਹਿ ਲਵੋ ਜਾਂ ਚੇਲਾ ਕਹਿ ਲਵੋ। ਜਿਹੜਾ ਨੌਕਰ, ਜਿਹੜਾ ਚੇਲਾ, ਇਹ ਕਹਿੰਦਾ ਵੀ ਮੈਂ ਤੁਹਾਡਾ ਸਾਥ ਦੇਵਾਂਗਾ। ਉਹਦੀ ਪ੍ਰੀਖਿਆ ਉਦੋਂ ਹੁੰਦੀ ਹੈ ਜਦੋਂ ਕਾਰਿਆ ਕੰਮ ਹੁੰਦਾ ਹੈ, ਕੋਈ ਕਠਿਨ ਕੰਮ ਪੈ ਜਾਂਦਾ ਹੈ। ਜਿਹੜੇ ਕਹਿੰਦੇ ਆ ਉਹ ਕਿਵੇਂ ਕਹਿੰਦੇ, ਜਿਹੜੇ ਕਹਿੰਦੇ ਸੀ ਖੜਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਫਿਰ ਪਤਾ ਲੱਗਦਾ ਵੀ ਹਾਂ ਇਸ ਸਮੇਂ ਇਹ ਬੰਦਾ ਮੇਰੇ ਨਾਲ ਖੜੋਤਾ, ਸਮੇਂ ਦੇ ਮੁਤਾਬਕ। ਮਿੱਤਰ ਪ੍ਰੀਛਾ ਅਪਦਾ, ਅਪਦਾ ਕਹਿੰਦੇ ਗਰੀਬੀ ਨੂੰ। ਜਿਹੜਾ ਮਿੱਤਰ ਬਹੁਤ ਜ਼ਿਆਦਾ ਬਾਹਾਂ ਮਾਰਦਾ, ਮੈਂ ਤੇਰਾ ਮਿੱਤਰ, ਮੈਂ ਤੇਰਾ ਦਿਲ ਦੀ ਧੜਕਣ, ਮੈਂ ਤੇਰੀ ਸੱਜੀ ਬਾਂਹ, ਪਤਾ ਉਦੋਂ ਲੱਗਦਾ। ਮਿੱਤਰਤਾਈ ਦਾ ਪਤਾ ਉਦੋਂ ਲੱਗਦਾ, ਮਿੱਤਰ ਦੀ ਪਰਖ ਉਦੋਂ ਹੁੰਦੀ ਜਦੋਂ ਬੰਦੇ ਤੇ ਗਰੀਬੀ ਆਉਂਦੀ ਆ। ਉਦੋਂ ਪਰ ਪਰਖ ਕੇ ਦੇਖੋ ਵੀ ਮਿੱਤਰ ਕੰਮ ਆਇਆ। ਜੋ ਕੰਮ ਆ ਰਿਹਾ ਤੇ ਸੱਚਾ ਮਿੱਤਰ ਹੈ, ਨਹੀਂ ਉਹ ਕੇਵਲ ਗੱਲਾਂ ਵਾਲਾ ਹੈ। ਭਾਵੇਂ ਥੋੜਾ ਹੀ ਆਵੇ, ਪਰ ਮਿੱਤਰ ਉਹ ਆ ਜਿਹੜਾ ਗਰੀਬੀ ਦੇ ਸਮੇਂ, ਦੁੱਖ ਦੇ ਸਮੇਂ ਤੁਹਾਡਾ ਸਾਥ ਦੇ ਰਿਹਾ। ਤ੍ਰਿਆ ਪ੍ਰੀਛਾ ਧਨ ਨਾਸ, ਤ੍ਰਿਆ ਕਹਿੰਦੇ ਇਸਤਰੀ ਨੂੰ। ਇਸਤਰੀ ਦੀ ਪ੍ਰੀਖਿਆ ਉਦੋਂ ਹੁੰਦੀ ਹੈ ਕਦੋਂ? ਧਨ ਨਾਸ,
ਜਦੋਂ ਮਾਇਆ ਚਲੀ ਜਾਂਦੀ ਹੈ। ਮਾਇਆ ਗਈ ਤੇ ਇਸਤਰੀ ਨਾਲ ਖੜੋਤੀ ਆ, ਫਿਰ ਪਤਾ ਲੱਗਦਾ। ਨਹੀਂ, ਪਿੰਡਾਂ ਵਿੱਚ ਵੀ ਆਪਾਂ ਬਹੁਤ ਦੇਖਦੇ ਹਾਂ ਵੀ ਇਸਤਰੀਆਂ ਬਹੁਤ ਕੁਝ ਕਰਦੀਆਂ ਵੀ ਲਿਆ ਮਾਇਆ, ਉਹ ਬੰਦਾ ਕਿੱਥੋਂ ਲੈ ਕੇ ਆਵੇ। ਇਸ ਕਰਕੇ ਇਹ ਜਿਹੜੇ ਬਚਨ ਆ, ਇਹ ਕਵੀ ਜੀ ਨੇ ਬਹੁਤ ਸੋਹਣੇ ਤੁਹਾਡੇ ਸਨਮੁਖ ਰੱਖੇ ਆ। ਇਹ ਚਾਣਕੀਆ ਦਾ ਪਹਿਲਾ ਅਧਿਆਇ ਜਿਹੜਾ ਨਾ ਇਹ ਸੰਪੂਰਨ ਹੋ ਗਿਆ। ਅਗਲਾ ਅਧਿਆਇ ਫਿਰ ਆਪਾਂ ਅੱਗੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।